सत श्री अकाल जी। गौरमेंट जॉब न्यूज़ ਦੇ ਵਿੱਚ ਆਪ ਸਭ ਦਾ ਜੋ ਸਵਾਗਤ ਹੈ ਤੇ ਅੱਜ ਅਸੀਂ ਡਿਸਕਸ ਕਰਾਂਗੇ ਇੰਟਰਨੈਸ਼ਨਲ ਬਾਰਡਰ ਲਾਈਨਸ। ਇਹ ਬਾਰਡਰ ਲਾਈਨਸ ਜਿਹੜੀਆਂ ਨੇ ਇਹਦੇ ਵਿੱਚ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਤੁਹਾਨੂੰ ਕੁਐਸਚਨ ਆ ਸਕਦੇ ਨੇ, ਕਿਹੜੀ ਲਾਈਨ ਕਿਹੜੇ ਦੇਸ਼ ਨਾਲ ਟੱਚ ਕਰਦੀ ਹੈ, ਕਿਹੜਾ ਬਾਰਡਰ ਬਣਾਉਂਦੀ ਹੈ। ਸੋ ਅੱਜ ਜਿੰਨੀਆਂ ਵੀ ਲਾਈਨਾਂ ਕਰ ਰਹੇ ਹਾਂ ਅਕਸਰ ਇਹ ਬੁੱਕ ਦੇ ਵਿੱਚ ਨਹੀਂ ਹੁੰਦੀਆਂ ਇੰਨੀਆਂ ਮੈਕਸਿਮਮ ਲਾਈਨਾਂ, ਤੇ ਜੋ ਵੀ ਮੋਸਟ ਇੰਪੋਰਟੈਂਟ ਹੋਣਗੇ ਆਪਾਂ ਉਹ ਡਿਸਕਸ ਕਰਾਂਗੇ। ਹੁਣ ਆ ਜਾਓ ਜੀ, ਹੁਣ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਕਰੋ, ਠੀਕ ਹੈ ਜੀ। ਉਸ ਤੋਂ ਬਾਅਦ ਹੁਣ ਦੇਖੋ ਪਹਿਲੀ ਲਾइन ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਜਿਹੜੀ 16 ਨੰਬਰ ਪੈਰਲਲ ਲਾਈਨ। 16 ਨੰਬਰ ਜਿਹੜੀ ਪੈਰਲਲ ਲਾਈਨ ਹੈ ਇਹਦਾ ਮਤਲਬ ਕੀ ਹੈ? ਦੇਖੋ ਪਹਿਲਾਂ ਇਹ ਇੱਕ ਧਰਤੀ ਹੈ, ਧਰਤੀ ਦੇ ਵਿੱਚ ਇਕੁਏਟਰ ਹੈ, ਇਕੁਏਟਰ ਨੂੰ ਆਪਾਂ 0 ਮੰਨਦੇ ਹਾਂ। ਉਸ ਤੋਂ ਉੱਪਰ ਵਾਲੀਆਂ ਜਿੰਨੀਆਂ ਵੀ 90 ਲਾਈਨਾਂ ਨੇ 1 ਤੋਂ ਲੈ ਕੇ 90 ਤੱਕ ਜਾਂਦੀਆਂ ਨੇ, ਇਹਨੂੰ ਆਪਾਂ ਨਾਰਥ ਲਗਾਉਣੇ ਆ ਸਾਰਿਆਂ ਦੇ ਮਗਰ, ਠੀਕ ਹੈ ਜੀ। ਉਸ ਤੋਂ ਬਾਅਦ ਇੱਦੋਂ ਜਦੋਂ ਆਪਾਂ ਸਾਊਥ ਵੱਲ ਆਉਣੇ ਆ ਥੱਲੇ, ਤਾਂ ਹਰ ਲਾਈਨ ਦੇ ਮਗਰ ਕਿਉਂਕਿ ਪੈਰਲਲ ਵਿੱਚ ਚੱਲਦੀਆਂ ਪਈਆਂ ਨੇ, ਇਹਨਾਂ ਨੂੰ ਲੈਟੀਟਿਊਡ ਵੀ ਕਹਿੰਦੇ ਆ, ਤਾਂ ਕਰਕੇ ਇਹਨਾਂ ਦੇ ਮਗਰ ਪੈਰਲਲ ਲਾਈਨ ਲਿਖਿਆ ਹੋਇਆ ਹੈ, ਠੀਕ ਹੈ ਜੀ। ਤਾਂ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਉਸ ਤੋਂ ਬਾਅਦ 16 ਨੰਬਰ ਪੈਰਲਲ ਲਾਈਨ ਨਾਰਥ ਵਾਲੀ ਹੈ। ਇਹਦਾ ਮਤਲਬ ਇਹ ਹੈ ਵੀ ਇਹ ਅਫਰੀਕਾ ਦੇ 2 ਦੇਸ਼ ਨੇ, ਨਾਈਬੀਬੀਆ ਅਤੇ ਅੰਗੋਲਾ। ਨਾਈਬੀਬੀਆ ਦਾ ਇਸ਼ੂ ਤਾਂ ਆ ਰਿਹਾ ਕਿਉਂਕਿ ਇੱਥੋਂ ਆਪਾਂ ਚੀਤਾ ਇੰਟਰੋਡਿਊਸ ਕਰ ਰਹੇ ਹਾਂ ਇੰਡੀਆ ਦੇ ਵਿੱਚ, ਦੁਬਾਰਾ ਲੈ ਕੇ ਆ ਰਹੇ ਹਾਂ। ਇਹ ਤੁਸੀਂ ਯਾਦ ਰੱਖਣਾ ਹੈ, ਅਕਸਰ ਜੁੜਿਆ ਹੋਇਆ ਕੁਐਸਚਨ ਤੁਹਾਡੇ ਪੇਪਰ 'ਚ ਵੇਖਣ ਨੂੰ ਮਿਲ ਸਕਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 17 ਨੰਬਰ ਪੈਰਲਲ ਲਾਈਨ। ਇਹ ਬਹੁਤ ਹੀ ਇੰਪੋਰਟੈਂਟ ਲਾਈਨ ਹੈ। ਵੀਅਤਨਾਮ ਜਿਹੜਾ ਆਸੀਅਨ ਕੰਟਰੀ ਦਾ ਇੱਕ ਕੰਟਰੀ ਹੈ, ਉਸ ਤੋਂ ਜੁੜੀ ਹੋਈ ਲਾਈਨ ਹੈ ਅਤੇ ਪੇਪਰ ਦੇ ਵਿੱਚ ਆ ਸਕਦੀ ਹੈ। ਉਸ ਤੋਂ ਬਾਅਦ ਆਪਾਂ 20 ਨੰਬਰ ਪੈਰਲਲ ਲਾਈਨ ਦੀ ਗੱਲ ਕਰੀਏ, ਲੀਬੀਆ ਅਤੇ ਸੁਡਾਨ ਦੇ ਵਿੱਚ ਲੋਕੇਟਿਡ ਹੈ ਇਹ ਲਾਈਨ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਸਾਊਥ ਸੁਡਾਨ ਜਿਹੜਾ ਕਿ ਸਾਡਾ ਇੰਡੀਆ ਦਾ ਯੂਨਾਈਟਿਡ ਨੇਸ਼ਨ ਦਾ 193 ਜਿਹੜਾ ਮੈਂਬਰ ਬਣਿਆ ਸੀਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇੱਥੇ ਜਿਹੜੇ ਸੁਡਾਨ ਦੀ ਗੱਲ ਹੋ ਰਹੀ ਹੈ ਇਹ ਨਾਰਥ ਵਾਲੇ ਦੀ ਗੱਲ ਹੋ ਰਹੀ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਗੱਲ ਕਰਦਾ ਪਿਆ 22 ਪੈਰਲਲ ਲਾਈਨ। 22 ਪੈਰਲਲ ਲਾਈਨ ਇਜਿਪਟ ਅਤੇ ਸੁਡਾਨ ਦੇ ਵਿੱਚ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹ ਤੁਸੀਂ ਯਾਦ ਰੱਖਣਾ ਇਜਿਪਟ ਤੋਂ ਇੱਕ ਇੱਥੇ ਜਿਹੜੀ ਕਨਾਲ ਹੈ ਉਹਦਾ ਨਾਮ ਹੈ ਸੁਏਜ ਕਨਾਲ, ਠੀਕ ਹੈ। ਉਹ ਇਜਿਪਟ ਦੇ ਵਿੱਚ ਪੈਂਦੀ ਹੈ। ਇਹ ਕੀ ਕਰਦੀ ਹੈ? ਮੈਡੀਟੇਰੀਅਨ ਸੀ ਨੂੰ, ਭੂਮੱਧ ਸਾਗਰ ਨੂੰ ਲਾਲ ਸਾਗਰ ਦੇ ਨਾਲ ਜੋੜਦੀ ਹੈ ਸੁਏਜ ਕਨਾਲ, ਠੀਕ ਹੈ ਜੀ। ਇਹ ਬ੍ਰਿਟਿਸ਼ ਨੇ ਬਣਾਈ ਸੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 25 ਜਿਹੜੀ ਮੋਰੀਤਾਲਾ ਅਤੇ ਮਾਲੀ, ਇਹ 2 ਦੇਸ਼ ਨੇ ਅਫਰੀਕਾ ਦੇ, ਠੀਕ ਹੈ ਜੀ, ਨਾਰਦਰਨ ਮੋਸਟ ਦੇ ਵਿੱਚ, ਤਾਂ ਨਾਰਥ ਦੇ ਵਿੱਚ ਹੈਗੇ ਨੇ ਬਿਲਕੁਲ। ਤਾਂ ਇਹ ਉੱਥੇ ਲਾਈਨ ਪੈਂਦੀ ਹੈ। ਸਭ ਤੋਂ ਇੰਪੋਰਟੈਂਟ ਹੈ 31 ਜਿਹੜੀ ਪੈਰਲਲ ਲਾਈਨ ਹੈ ਇਹ ਈਰਾਨ ਅਤੇ ਇਰਾਕ ਦੇ ਵਿੱਚ ਹੈ। ਇਹ ਜਿਹੜੀ ਲਾਈਨ ਹੈ ਇਹ USA ਦੇ 2 ਸਟੇਟਾਂ ਨੇ ਜਿਵੇਂ, ਜਿਹਦਾ ਨਾਮ ਹੈ ਲੁਈਸਿਆਨਾ ਅਤੇ ਮਿਸੀਸਿਪੀ ਨੂੰ ਵੀ ਅਲੱਗ ਕਰਦੀ ਹੈ। ਇਹ ਪੇਪਰ ਦੇ ਵਿੱਚ ਆ ਸਕਦੇ ਕਿਉਂਕਿ ਈਰਾਨ ਦੇ ਚੀਤਾ ਦੀ ਵੀ ਗੱਲ ਹੋ ਰਹੀ ਸੀ। ਈਰਾਨ ਨਿਊਕਲੀਅਰ ਡੀਲ ਕਰਕੇ ਵੀ ਨਿਊਜ਼ ਦੇ ਵਿੱਚ ਰਹਿੰਦਾ ਹੈ, ਤਾਂ ਹੋ ਸਕਦਾ ਪੇਪਰ ਦੇ ਵਿੱਚ ਆ ਸਕਦਾ ਹੈ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ 38 ਜਿਹੜੀ 8 ਲਾਈਨ ਹੈ ਇਹ ਕੋਰੀਆ, ਕਿਉਂਕਿ ਦੇਖੋ ਨਾਰਥ ਕੋਰੀਆ ਬੜੀ ਵਾਰੀ ਨਿਊਜ਼ ਦੇ ਵਿੱਚ ਰਹਿੰਦਾ ਹੈ। ਸਾਊਥ ਕੋਰੀਆ ਨਾਰਥ ਕੋਰੀਆ ਦੇ ਵਿੱਚ ਹੈਗੀ ਹੈ। ਇਸ ਨੂੰ ਮਿਲਟਰੀ ਡੈਮੋਕਰਾਈਜੇਸ਼ਨ ਲਾਈਨ ਵੀ ਬੋਲਦੇ ਆ, ਠੀਕ ਹੈ। ਇਹਨੂੰ ਆਰਮੀ ਸਟਾਈਕ ਲਾਈਨ ਵੀ ਬੋਲਦੇ ਆ। ਇਹ ਵੀ ਤੁਸੀਂ ਯਾਦ ਰੱਖਣਾ। ਇਕੱਲਾ ਐਵੇਂ ਨਹੀਂ ਆ ਸਕਦਾ ਕਿ 38 ਲਾਈਨ ਦਾ ਨਾਮ ਦੱਸੋ। ਉਸ ਤੋਂ ਬਾਅਦ ਤੁਸੀਂ ਦੇਖਿਓ 49 ਲਾਈਨ ਜਿਹੜੀ ਹੈ ਇਹ USA ਅਤੇ ਕੈਨੇਡਾ ਦੇ ਵਿੱਚ ਹੈਗੀ ਹੈ। 49 ਡਿਗਰੀ ਦੇ ਉੱਪਰ ਪੈਂਦੀ ਹੈ। ਇਹ ਦੁਨੀਆ ਦਾ ਸਭ ਤੋਂ ਸ਼ਾਂਤ ਬਾਰਡਰ ਮੰਨਿਆ ਜਾਂਦਾ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ ਹੈ। ਉਸ ਤੋਂ ਬਾਅਦ ਡਿਊਰੈਂਟ ਲਾਈਨ, ਇਹ ਪਹਿਲਾਂ ਇੰਡੀਆ ਅਤੇ ਅਫਗਾਨਿਸਤਾਨ ਦੇ ਵਿੱਚ ਸੀ, ਬਾਅਦ ਦੇ ਵਿੱਚ ਪਾਕਿਸਤਾਨ ਬਣ ਗਿਆ ਅਤੇ ਪਾਕਿਸਤਾਨ ਅਫਗਾਨਿਸਤਾਨ ਦੇ ਵਿੱਚ ਪੈਂਦੀ ਹੈ, ਠੀਕ ਹੈ ਜੀ। ਅਤੇ ਸਰ ਮੌਂਟੀਅਰ ਡੂਰੈਂਟ ਨਾਮ ਦਾ ਜਿਹੜਾ ਪਰਸਨ ਸੀਗਾ 1893 ਦੇ ਵਿੱਚ ਇਸ ਨੂੰ ਡੀਮਾਰਕੇਟ ਕੀਤਾ ਸੀਗਾ, ਠੀਕ ਹੈ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਹੁਣ ਆਪਾਂ ਯੂਰਪ ਦੇ ਵਿੱਚ ਲਾਈਨਾਂ ਵੇਖਦੇ ਹਾਂ। ਹਿਡਨਬਰਗ ਲਾਈਨ, ਜਰਮਨੀ ਦਾ ਪੋਲੈਂਡ। ਦੇਖੋ ਜਰਮਨੀ ਜਦੋਂ ਵਰਲਡ ਵਾਰ ਹੋਇਆ ਸੀ ਨਾ ਸਭ ਤੋਂ ਪਹਿਲਾਂ, ਤਾਂ ਜਰਮਨੀ ਨੇ ਅਟੈਕ ਕੀਤਾ ਸੀ ਪੋਲੈਂਡ, ਕਿਉਂਕਿ ਪੋਲੈਂਡ ਦੇ ਨਾਲ ਇਹਦੀ ਬਾਉਂਡਰੀ ਲੱਗਦੀ ਹੈ। ਤਾਂ ਇਹ ਤੁਸੀਂ ਯਾਦ ਰੱਖਿਆ ਜੇ ਪਹਿਲੇ ਵਰਲਡ ਵਾਰ ਦੇ ਵਿੱਚ, ਪਹਿਲਾ ਵਰਲਡ ਵਾਰ ਹੋਇਆ ਸੀ 1914 ਤੋਂ ਲੈ ਕੇ 1919 ਦੇ ਤੱਕ, ਠੀਕ ਹੈ ਜੀ। ਤਾਂ ਉਸ ਟਾਈਮ ਦੇ ਵਿੱਚ ਪੋਲੈਂਡ ਦੇ ਉੱਪਰ ਅਟੈਕ ਕੀਤਾ ਸੀ, ਤਾਂ ਪੋਲੈਂਡ ਦੇ ਨਾਲ ਇਹ ਲਾਈਨ ਡਿਸਾਈਡ ਹੋਈ ਸੀ, ਹਿਡਨਬਰਗ ਲਾਈਨ, ਠੀਕ ਹੈ। ਉਸ ਤੋਂ ਬਾਅਦ ਯਾਦ ਰੱਖਣਾ ਜੀ ਮੈਕਮੋਹਨ ਲਾਈਨ। ਮੈਕਮੋਹਨ ਲਾਈਨ ਦਾ ਤੁਹਾਨੂੰ ਪਤਾ ਚਾਈਨਾ ਦੇ ਨਾਲ ਸਾਡਾ ਕਿੰਨਾ ਇਸ਼ੂ ਹੈ। ਹੈਨਰੀ ਮੈਕਮੋਹਨ ਨਾਮ ਦਾ ਪਰਸਨ ਸੀਗਾ, 1914 ਦੇ ਵਿੱਚ ਇਹ ਡਿਸਾਈਡ ਹੋਇਆ ਸੀ ਤਿੱਬਤ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀ ਉਹਨਾਂ ਦੇ ਨਾਲ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਲਾਈਨ ਦੀ। ਨੈਕਸਟ ਲਾਈਨ ਹੈ ਮੈਗੀਨੋਟ ਲਾਈਨ। ਮੈਗੀਨੋਟ ਲਾਈਨ ਜਿਹੜੀ ਹੈ ਇਹ ਜਰਮਨੀ ਅਤੇ ਫਰਾਂਸ ਦੇ ਵਿੱਚ ਹੈ। ਫਰਾਂਸ ਸਾਡਾ ਇੱਕ ਮਿੱਤਰ ਹੈ, ਸਾਨੂੰ ਪਤਾ ਹੈ ਜੀ, ਇੱਕ ਸੰਸਥਾ ਇਹਦੇ ਨਾਲ ਸਟਾਰਟ ਕੀਤੀ ਆਪਾਂ, ਇੰਡੀਅਨ ਸੋਲਰ ਅਲਾਇੰਸ, ਠੀਕ ਹੈ ਜੀ। ਬਹੁਤ ਵਧੀਆ ਮਿੱਤਰ ਹੈ ਸਾਡਾ। ਅਤੇ ਜਰਮਨੀ ਅਤੇ ਫਰਾਂਸ ਦੇ ਵਿੱਚ ਇਹ ਲਾਈਨ ਯਾਦ ਰੱਖਣੀ ਹੈ ਤੁਸੀਂ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮੈਨਹੈਰਮ ਲਾਈਨ ਜਿਹੜੀ ਹੈ ਇਹ ਰਸ਼ੀਆ ਅਤੇ ਫਿਨਲੈਂਡ ਦੇ ਵਿੱਚ ਹੈ। ਰਸ਼ੀਆ ਅਤੇ ਫਿਨਲੈਂਡ ਦੇ ਵਿੱਚ ਹੈ। ਰਸ਼ੀਆ ਅਤੇ ਫਿਨਲੈਂਡ ਦੇ ਵਿੱਚ ਤੁਸੀਂ ਯਾਦ ਰੱਖਣੀ ਹੈ ਇਹ ਵਰਲਡ ਵਾਰ 2 ਦੇ ਟਾਈਮ ਹੀ ਸੋਵੀਅਤ ਯੂਨੀਅਨ ਦੇ ਦੌਰਾਨ ਇਹ ਡਿਸਾਈਡ ਹੋਈ ਸੀ।
ਮੈਨਰਹੈਮ ਜਿਹੜੀ ਲਾਈਨ ਜਿਹੜੀ ਹੈ ਇਹ ਆਪਾਂ ਪੜ੍ਹ ਚੁੱਕੇ ਹਾਂ, ਸੌਰੀ ਇਹ ਦੁਬਾਰਾ ਆ ਗਈ ਹੈ, ਠੀਕ ਹੈ। ਉਸ ਤੋਂ ਬਾਅਦ ਦੇਖੋ ਜੀ ਆਰਡਰਨੀਸੇ ਲਾਈਨ ਇਹ ਵੀ ਪੋਲੈਂਡ, ਦੇਖੋ ਪੋਲੈਂਡ ਦੇ ਨਾਲ ਜਰਮਨੀ ਦੀ 2 ਲਾਈਨਾਂ ਲੱਗਦੀਆਂ ਨੇ। ਇੱਕ ਆਪਾਂ ਉੱਪਰ ਮੈਗੀਨੋਟ ਪੜ੍ਹ ਕੇ ਆਏ ਹਾਂ, ਮੈਗੀਨੋਟ ਨਹੀਂ ਹਿਡਨਬਰਗ ਲਾਈਨ ਪੜ੍ਹ ਕੇ ਆਏ ਹਾਂ, ਅਤੇ ਇੱਕ ਹੁਣ ਆਪਾਂ ਪੜ੍ਹ ਰਹੇ ਹਾਂ ਆਰਡਰਨੀਸੇ, ਠੀਕ ਹੈ। ਇਹ ਦੋਨੇ ਲਾਈਨਾਂ ਡਿਸਾਈਡ ਹੋਈਆਂ ਸੀ, ਇਹ ਤੁਸੀਂ ਯਾਦ ਰੱਖਣਾ। ਅਤੇ ਰੈਡਕਲਿਫ ਲਾਈਨ ਇਹ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਹੈ। ਸਰ ਸਾਇਰਲ ਰੈਡਕਲਿਫ ਦੇ ਨਾਮ ਦੇ ਪਰਸਨ ਨੇ ਜਿਹੜੀ ਸਾਡੀ ਲਾਈਨ ਡਿਸਾਈਡ ਕੀਤੀ ਸੀ, ਇਹ ਤੁਸੀਂ ਯਾਦ ਰੱਖਣਾ ਹੈ, ਰੈਡਕਲਿਫ ਲਾਈਨ ਬੋਲਦੇ ਹਨ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਈ ਸੈਗਫਰਡ ਲਾਈਨ ਜਿਹੜੀ ਹੈ ਇਹ ਫਰਾਂਸ ਅਤੇ ਜਰਮਨੀ ਦੇ ਵਿੱਚ ਹੈ। ਤੁਹਾਨੂੰ ਪਤਾ ਹੈ ਜਰਮਨੀ ਬਿਲਕੁਲ ਇਹਦੇ ਐਂਟੀ ਪਾਰਟੀ ਸੀ, ਤਾਂ ਕਰਕੇ ਜੀ ਇਹ ਤੁਸੀਂ ਯਾਦ ਰੱਖਣੀ ਜਰਮਨੀ ਅਤੇ ਫਰਾਂਸ ਦੇ ਵਿੱਚ ਹੈ। ਉਸ ਤੋਂ ਬਾਅਦ ਬਲੂ ਲਾਈਨ ਜਿਹੜੀ ਬਲੂ ਲਾਈਨ ਹੈ ਇਹ ਲੈਬਨਾਨ ਅਤੇ ਇਜ਼ਰਾਈਲ ਦੇ ਵਿੱਚ ਹੈ। ਇਜ਼ਰਾਈਲ ਦੇਖੋ ਜੀ ਬੜੀ ਵਾਰੀ ਨਿਊਜ਼ ਦੇ ਵਿੱਚ ਆਪਣੀ ਕੀ ਪਾਇਰੇਸੀ ਵਾਸਤੇ, ਤੁਹਾਨੂੰ ਪਤਾ ਹੈ ਜਿਹੜੇ ਖੁਫੀਆ ਏਜੰਸੀ ਇਹਦੀ ਬਹੁਤ ਮੋਸਾਦ ਜਿਹਨੂੰ ਆਪਾਂ ਕਹਿੰਦੇ ਹਾਂ, ਤਾਂ ਇਹ ਨਿਊਜ਼ ਦੇ ਵਿੱਚ ਰਹਿੰਦਾ। ਅਤੇ ਇਹ ਤੁਸੀਂ ਯਾਦ ਰੱਖਣਾ ਹੈ ਕਿ ਲੈਬਨਾਨ ਇਹਦੇ ਨਾਲ ਹੀ ਦੇਸ਼ ਪੈਂਦਾ ਇਜ਼ਰਾਈਲ ਦੇ, ਠੀਕ ਹੈ ਜੀ। ਇਹ 2000 ਦੇ ਵਿੱਚ ਡਿਸਾਈਡ ਹੋਈ ਸੀ, ਇਹ ਤੁਸੀਂ ਯਾਦ ਰੱਖਣਾ ਹੈ। ਗ੍ਰੀਨ ਲਾਈਨ ਇਹਨੂੰ UN ਬਫਰ ਜ਼ੋਨ ਵੀ ਕਹਿੰਦੇ ਹਾਂ, ਅਤੀਲਾ ਲਾਈਨ ਵੀ ਕਹਿੰਦੇ ਆ। ਇਹ ਹੈਗੀ ਸੀ ਜਿਹੜਾ ਸਾਈਪਰਸ ਹੈ, ਮੈਡੀਟੇਰੀਅਨ ਸੀ ਦੇ ਵਿੱਚ ਇੱਕ ਛੋਟਾ ਜਿਹਾ ਦੇਸ਼ ਹੈ ਸਾਈਪਰਸ, ਅਤੇ ਉਹਦੇ ਵਿੱਚ ਟਰਕੀ ਦਾ ਵੀ ਇੱਕ ਏਰੀਆ ਉਹਨੇ ਕੈਪਚਰ ਕੀਤਾ ਹੋਇਆ ਟਰਕੀ ਦਾ, ਤਾਂ ਉਸ ਦੇ ਦੌਰਾਨ ਇਹ ਜਿਹੜੀ ਲਾਈਨ ਬਣੀ ਸੀ, ਠੀਕ ਹੈ, ਗ੍ਰੀਨ ਲਾਈਨ। ਉਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਪਰਪਲ ਲਾਈਨ, ਇਹ ਇਜ਼ਰਾਈਲ ਅਤੇ ਸੀਰੀਆ ਦੇ ਵਿੱਚ ਹੈ। ਤੁਹਾਨੂੰ ਪਤਾ ਸੀਰੀਆ ਦਾ ਕਿੰਨਾ ਵਿਵਾਦ ਹੈ, 2011 ਤੋਂ ਲੜਾਈ ਸਟਾਰਟ ਹੋਈ ਸੀ, ਅੱਜ ਤੱਕ ਉੱਥੇ ਹੀ ਚੱਲ ਰਹੀ ਹੈ। ਤਾਂ ਪਰਪਲ ਲਾਈਨ ਜਿਹੜੀ ਹੈ ਇਹ ਇਜ਼ਰਾਈਲ ਅਤੇ ਸੀਰੀਆ ਕਿਉਂਕਿ ਇਜ਼ਰਾਈਲ ਨੇ ਅਟੈਕ ਕੀਤਾ ਸੀ ਸੀਰੀਆ ਦੇ ਉੱਪਰ 1967 ਦੇ ਵਿੱਚ, ਇਹ ਤਾਂ ਉਦੋਂ ਡਿਸਾਈਡ ਹੋਈ ਸੀ। ਆਈ ਹੋਪ ਕਿ ਆਪਣੀਆਂ ਸਾਰੀਆਂ ਲਾਈਨਾਂ ਰਿਵੀਜ਼ਨ ਹੋ ਚੁੱਕੀਆਂ ਨੇ। ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਆਪਣੇ ਫਰੈਂਡਸ ਦੇ ਨਾਲ। ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ। ਹੈਪੀ ਟੀਚਰ ਡੇ ਜਿਹੜੇ ਵੀ ਮੇਰੇ ਜਿੰਨੇ ਵੀ ਗੁਰੂ ਜਿਨ੍ਹਾਂ ਤੋਂ ਮੈਂ ਪੜ੍ਹਿਆ, ਅਤੇ ਸਾਰੇ ਸਟੂਡੈਂਟਸ ਨੂੰ ਵੀ, ਠੀਕ ਹੈ ਜੀ।